ਇਹ ਕਾਲੇ ਬਿੱਲ ਮੋਦੀ ਸਰਕਾਰ ਨੇ 3 ਲਿਆਂਦੇ ਹੋਏ ਹੈ। ਸਾਨੂੰ ਪਹਿਲਾਂ ਇਹ ਦੱਸੋ ਕਿ ਇਹਨਾਂ ਦੇ ਵਿੱਚ ਕਿਸਾਨਾਂ ਦਾ ਕੀ ਨੁਕਸਾਨ ਹੋਵੇਗਾ। ਮੇਨ ਗੱਲ ਆ ਜਿਹੜੀ ਵੀ ਜਿੰਨਾ ਚਿਰ ਸਾਡੇ ਕੋਲੇ ਸਾਡੀ ਜ਼ਮੀਨ ਆ ਇਹ ਸਾਨੂੰ ਪਹਿਲਾਂ ਵੱਧ ਮਾਵਲੇ ਤੇ ਦੇ ਦੇਣਗੇ, ਕਹਣਗੇ ਲਓ ਜੀ 80-80 ਹਜ਼ਾਰ ਨੂੰ ਅਸੀਂ ਦਿੰਦੇ ਆ ਤੁਹਾਨੂੰ, ਮਾਵਲਾ 90-90 ਹਜ਼ਾਰ ਨੂੰ ਦਿੰਦੇ ਆ, ਲਗਾਤਾਰ 2 ਸਾਲ ਵੀ ਦੇ ਦੇਣਗੇ। ਤੀਜੇ ਸਾਲ ਜਾ ਕੇ ਕਹਿ ਦੇਣਗੇ ਅਸੀਂ ਨਹੀਂ ਲੈਂਦੇ ਬਈ ਤੁਹਾਡੀ ਜ਼ਮੀਨ ਘੱਟ ਉਪਜਾਊ ਆ। ਕੱਲ ਰਾਜਨਾਥ ਸਿੰਘ ਦਾ ਬਿਆਨ ਆ ਰਿਹਾ ਜੋ ਕਿ ਰੱਖਿਆ ਮੰਤਰੀ ਆ ਬੀਜੇਪੀ ਦੇ, ਉਹ ਕਹਿ ਰਹੇ ਸੀ, ਮੈਂ ਵੀ ਸੁਣ ਰਿਹਾ ਸੀ, ਤੁਸੀਂ ਵੀ ਟੀਵੀ ਚੈਨਲ ਰਾਹੀਂ ਸੁਣਿਆ ਹੋਊ ਵੀ ਉਹ ਕਹਿੰਦੇ ਬਈ 1 ਸਾਲ ਲਈ ਇਹ ਬਿੱਲ ਸਾਨੂੰ ਲਾਗੂ ਕਰਨ ਦੇ ਦਿਓ। ਕਿਸਾਨ ਜਥੇਬੰਦੀਆਂ ਨੂੰ ਕਹਿੰਦੇ ਵੀ ਜਦੋਂ ਇਹ ਬਿੱਲ ਜੇ ਤੁਹਾਡਾ ਨੁਕਸਾਨ ਕਰਨਗੇ 1 ਸਾਲ ਤੁਸੀਂ ਸਾਨੂੰ ਦੇਖ ਲਓ, ਨਹੀਂ ਤਾਂ ਅਸੀਂ ਇਹਦੇ ਵਿੱਚ ਸੋਧ ਕਰ ਦਿਆਂਗੇ। ਮੈਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ ਸਾਲ ਦੀ ਬਜਾਏ ਭਾਵੇਂ 5 ਸਾਲ ਰੱਖਣ। ਇਹ ਜਦੋਂ ਕੋਈ ਨਾ ਚੀਜ਼ ਲਾਗੂ ਹੀ ਹੋ ਗਈ ਉਹ ਬਿਨ ਲਾਗੂ ਕਿਵੇਂ ਕਰ ਦੇਣਗੇ? ਇਹ ਸਰਕਾਰ ਚਲਾਉਂਦੇ ਆ ਕਿ ਖਾਲਾ ਜੀ ਦਾ ਬਾੜਾ ਚਲਾਉਂਦੇ ਆ? ਬਾਬਾ ਜੀ ਜਿਵੇਂ ਤੋਮਰ ਸਾਹਿਬ ਦੇ ਨਾਲ ਮੀਟਿੰਗਾਂ ਹੋਈਆਂ ਕਿਸਾਨ ਜਥੇਬੰਦੀਆਂ ਦੀਆਂ, ਪਰ ਬਾਅਦ ਦੇ ਵਿੱਚ ਜਦੋਂ ਸ਼ਾਮ ਨੂੰ ਰਾਤ ਨੂੰ ਮੀਟਿੰਗ ਅਮਿਤ ਸ਼ਾਹ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਹੋਈ, ਉੱਥੇ ਤੋਮਰ ਸਾਹਿਬ ਸਾਫ਼ ਹੀ ਮੁੱਕਰ ਗਏ। ਸਾਡੀ ਜਦੋਂ ਯੈਸ ਨੋ 'ਤੇ ਗੱਲ ਖੜਾਤੀ ਅਸੀਂ ਵੀ ਜਾਂ ਤਾਂ ਰੱਦ ਕਰੋ ਤੇ ਨਹੀਂ ਫਿਰ ਤੁਸੀਂ ਤਿਆਰ ਰਹੋ, ਅਸੀਂ ਸਾਹਮਣੇ ਛਾਤੀਆਂ ਠੋਕਦੇ ਹਾਂ, ਤੁਸੀਂ ਗੋਲੀਆਂ ਮਾਰੋ, ਕੰਮ ਨਿਬੜੇ, ਤੁਸੀਂ ਉਹ ਵੀ ਮਾਰਨਾ ਹੀ ਆ। ਬੀਜੇਪੀ ਦੇ ਲੀਡਰ ਆ, ਚਾਹੇ ਹਰਜੀਤ ਗਰੇਵਾਲ ਦੀ ਗੱਲ ਹੋਵੇ, ਪੰਜਾਬ ਦਾ ਸੀਨੀਅਰ ਲੀਡਰ ਆ, ਚਾਹੇ ਤੋਮਰ ਸਾਹਿਬ ਦੀ ਗੱਲ ਹੋਵੇ, ਚਾਹੇ ਗੱਲ ਹੋਵੇ ਰਾਜਨਾਥ ਸਿੰਘ ਦੀ, ਉਹ ਕਹਿ ਰਹੇ ਵੀ ਜਿੰਨੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਆ ਉਹ ਖਾਲਿਸਤਾਨੀ ਜਾਂ ਨਕਸਲਵਾਦ ਜਾਂ ਅੱਤਵਾਦ ਪੈਦਾ ਕਰਨ ਦੇ। ਜੇ ਹੁਣ ਅਸੀਂ ਪੈਦਾ ਹੀ ਸਿੱਖ ਧਰਮ 'ਚ ਹੋਏ ਆ ਤਾਂ ਹੁਣ ਸਾਨੂੰ ਕਹਿ ਦੇਣ ਖਾਲਿਸਤਾਨੀ। ਉੱਥੇ ਸਾਰਾ ਸਿੱਖ ਧਰਮ ਬੈਠਾ, ਇਹ ਨੁਮਾਇੰਦਗੀ ਵੀ ਸਿੱਖ ਧਰਮ ਹੀ ਕਰ ਰਿਹਾ ਉੱਥੇ ਸਾਰਿਆਂ ਦੀ। ਦੇਖ ਲਓ ਤੁਸੀਂ ਜਾ ਕੇ ਜਦੋਂ ਆਪ ਜ਼ੀਰੋ ਗਰਾਊਂਡ 'ਤੇ ਜਾਓਗੇ, ਪਹਿਲਾਂ ਵੀ ਗੁਰੂ ਪੰਥ ਦੀਆਂ ਫੌਜਾਂ ਬੈਠੀਆਂ ਐ, ਸੈਂਟਰ 'ਚ ਵੀ ਬੈਠੀਆਂ ਐ, ਐਂਡ 'ਤੇ ਵੀ ਬੈਠੀਆਂ ਐ। ਇੱਕ ਬਾਲੀਵੁੱਡ ਦੀ ਅਭਿਨੇਤਰੀ ਆ ਕੰਗਣਾ ਰਣੌਤ, ਕਿਉਂਕਿ ਉੱਥੇ ਵੱਧ ਚੜ ਕੇ ਤੁਸੀਂ ਵੀ ਦੇਖਿਆ, ਤੁਸੀਂ ਵੱਧ ਚੜ ਕੇ ਲੰਗਰ ਵੀ ਪਹੁੰਚਾ ਰਹੇ ਆ ਤੇ ਤੁਸੀਂ ਹਿੱਸਾ ਵੀ ਲੈ ਰਹੇ ਆ ਉਸ ਅੰਦੋਲਨ ਦੇ ਵਿੱਚ। ਉਹਨੇ ਬਿਆਨ ਦਿੱਤਾ ਵੀ ਜਿਹੜੀਆਂ ਇਹ ਬੀਬੀਆਂ ਮਾਤਾਵਾਂ ਭੈਣਾਂ ਸਾਡੀਆਂ ਬੈਠੀਆਂ ਵੀ ਇਹ 100 ਰੁਪਏ ਤੇ ਵਿਕੀਆਂ ਹੋਈਆਂ ਤਾਂ ਆਈਆਂ। ਜਿਉਂ ਪ੍ਰੋਫੈਸ਼ਨ 'ਚ ਰਹੀ ਆ ਜਾਂ ਜਿਉਂ ਜ਼ਿੰਦਗੀ ਬਸਰ ਕਰ ਰਹੀ ਆ ਉਹਨੂੰ ਤਾਂ ਸਭ ਆਪਦੇ ਵਰਗੇ ਹੀ ਲੱਗਦਾ ਵੀ ਸਾਰੀਆਂ ਮੇਰੇ ਵਰਗੀਆਂ, ਪਰ ਉਹ ਭੁੱਲਦੀ ਆ ਮੇਰੀ ਧੀ ਮੇਰੀ ਭੈਣ ਵੀ ਇਹ ਪੰਜਾਬ ਦੀਆਂ ਧੀਆਂ ਭੈਣਾਂ ਜਿਨ੍ਹਾਂ ਨੇ ਨਲੂਏ ਜੰਮੇ ਆ। ਇਹ ਤੁਹਾਡੇ ਵਾਂਗੂ ਕੰਜਰਖਾਨਾ ਕਰਕੇ ਜਾਂ ਸਟੇਜਾਂ 'ਤੇ ਨੱਚ ਕੇ ਪੈਸੇ ਨਹੀਂ ਲੈਂਦੇ। ਚੰਗਿਆਈ ਕਮਾ ਜਾਣਗੇ ਮੋਦੀ ਹੋਰੇ, ਸ਼ਾਹ ਹੋਰੇ, ਰਾਜਨਾਥ ਹੋਰੇ, ਬੱਲੇ ਬੱਲੇ ਕਰਾਂਗੇ, ਕਵਾਂਗੇ ਸਾਡੇ ਭਰਾ ਸੀ ਨਾਲ ਦੇ ਜਣੇ ਸੀ। ਜੇ ਗੁਨਾਹਗਾਰੀ ਕਰਨਗੇ ਤਾਂ ਇਤਿਹਾਸ ਦੁਹਰਾਵਾਂਗੇ, ਫਿਰ ਅਸੀਂ ਕਹਾਂਗੇ ਵੀ ਤੁਸੀਂ ਸਾਡੇ ਸਕੇ ਨਹੀਂ। ਜਦੋਂ ਹੁਣ ਨੌਜਵਾਨੀ ਤੁਰੀ ਆ, ਗਾਇਕਾਂ ਨੇ ਆਪਦੀ ਜ਼ਿੰਮੇਵਾਰੀ ਬਹੁਤ ਬਾਖੂਬੀ ਨਿਭਾਈ ਆ। ਮੈਨੂੰ ਇਹ ਵੀ ਨਹੀਂ ਵੀ ਧਾਰਮਿਕ ਮੁੱਦਾ ਕੱਲ੍ਹ ਨੂੰ ਮੇਰੇ 'ਤੇ ਬਣਾ ਦੇਣ। ਮੈਂ ਇੱਕ ਗੱਲ ਕਹਿ ਵੀ ਦਿੰਦਾ, ਹੁਣ ਗੱਲ ਤੱਕ ਆਈ ਪਈ ਆ। ਮੈਂ ਤਾਂ ਇਹਨਾਂ ਨੂੰ ਕਹਿਣਾ 21ਵੀਂ ਸਦੀ ਦੇ ਢਾਡੀ ਬਣ ਕੇ ਸਾਹਮਣੇ ਆਏ। ਖਾਸ ਕਰਕੇ ਮੇਰਾ ਵੀਰ ਕੰਵਰ ਗਰੇਵਾਲ, ਆ ਹਰਫ ਚੀਮੇ ਹੋਰੇ, ਜਿਹੜੇ ਪਹਿਲੇ ਦਿਨ ਤੋਂ ਹੀ ਜਸ ਬਾਜਵੇ ਹੋਰੇ, ਇਹਨਾਂ ਨੇ ਆਪਦੇ ਵਿਆਹਾਂ ਦੀ ਪਰਵਾਹ ਨਹੀਂ ਕੀਤੀ ਹੈ ਨਾ। ਹੋਰ ਜਿੰਨੇ ਵੀ ਗਾਇਕ ਆ, ਬਾਈ ਜੈਜੀ ਬੀ ਹੋਰੇ ਵੀ ਆ ਗਏ ਯਾਰ। ਇਹਨਾਂ ਦੀ ਇੱਕ ਗੱਲ ਮੈਨੂੰ ਚੰਗੀ ਲੱਗਦੀ ਹੈ ਜੈਜੀ ਬੀ ਦੀ, ਇਹਨਾਂ ਨੇ ਅੱਜ ਤੱਕ ਕਿਸੇ ਪਖੰਡ ਕੋਲੇ ਨਹੀਂ ਗਾਇਆ। ਨਿਊਜ਼ ਪੰਜਾਬ ਦੀ ਦੇਖ ਰਹੇ ਦਰਸ਼ਕਾਂ ਮਿੱਤਰੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਕਿਸਾਨੀ ਸੰਘਰਸ਼ ਅੱਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ। ਪੂਰਾ 1 ਮਹੀਨਾ ਹੋ ਚੁੱਕਿਆ ਹੈ ਕਿਸਾਨ ਅੰਦੋਲਨ ਚੱਲਦੇ ਨੂੰ। ਉਸ ਦੇ ਸੰਬੰਧ ਦੇ ਵਿੱਚ ਗੱਲ ਕਰਨ ਲਈ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਾਬਾ ਜੀ ਰਜਿੰਦਰ ਸਿੰਘ ਜੀ ਤਖਤੂਪੁਰਾ ਸਾਹਿਬ ਗੁਰਦੁਆਰਾ ਸਾਹਿਬ ਦੇ, ਜੋ ਕਿ ਮੈਨੇਜਰ ਸਾਹਿਬ ਨੇ। ਆਓ ਤੁਹਾਨੂੰ ਉਹਨਾਂ ਨਾਲ ਇਹਨਾਂ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਾਂ। ਬਾਬਾ ਜੀ ਸਵਾਗਤ ਹੈ ਨਿਊਜ਼ ਪੰਜਾਬ ਦੀ ਚੈਨਲ 'ਤੇ। ਤੁਸੀਂ ਆਏ ਇੱਥੇ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਮੈਂ ਸ਼ੁਰੂ ਕਰਾਂ ਪਹਿਲੇ ਸਵਾਲ ਤੋਂ, ਜੋ ਕਿ ਇਹ ਕਾਲੇ ਬਿੱਲ ਮੋਦੀ ਸਰਕਾਰ ਨੇ 3 ਲਿਆਂਦੇ ਹੋਏ ਹੈ। ਸਾਨੂੰ ਪਹਿਲਾਂ ਇਹ ਦੱਸੋ ਕਿ ਇਹਨਾਂ ਦੇ ਵਿੱਚ ਕਿਸਾਨਾਂ ਦਾ ਕੀ ਨੁਕਸਾਨ ਹੋਵੇਗਾ। ਇਹਨਾਂ ਨੂੰ ਜੇ ਡਿਟੇਲ 'ਚ ਪੜ੍ਹਨਾ ਤਾਂ ਪੰਜਾਬੀ 'ਚ ਮੁੰਡਿਆਂ ਨੇ ਪੰਪਲੇਟ ਬਹੁਤ ਛਪਾ ਤੇ, ਗਾਉਣ ਵਾਲੇ ਮੁੰਡਿਆਂ ਨੇ ਆਪਣੇ, ਜਿਵੇਂ ਹਰਫ ਚੀਮੇ ਹੋਰਾਂ ਨੇ, ਕੰਵਰ ਗਰੇਵਾਲ ਹੋਰਾਂ ਨੇ, ਉਹਨਾਂ ਦੇ ਪੇਜਾਂ ਤੋਂ ਡਾਊਨਲੋਡ ਕਰਕੇ ਮੁੰਡਿਆਂ ਨੇ ਪੜ੍ਹ ਲੈਣੇ ਆ। ਮੇਨ ਗੱਲ ਆ ਜਿਹੜੀ ਵੀ ਜਿੰਨਾ ਚਿਰ ਸਾਡੇ ਕੋਲੇ ਸਾਡੀ ਜ਼ਮੀਨ ਆ ਇਹ ਸਾਨੂੰ ਪਹਿਲਾਂ ਵੱਧ ਮਾਵਲੇ ਤੇ ਦੇ ਦੇਣਗੇ, ਕਹਣਗੇ ਲਓ ਜੀ 80-80 ਹਜ਼ਾਰ ਨੂੰ ਅਸੀਂ ਦਿੰਦੇ ਆ ਤੁਹਾਨੂੰ, ਮਾਵਲਾ 90-90 ਹਜ਼ਾਰ ਨੂੰ ਦਿੰਦੇ ਆ, ਲਗਾਤਾਰ 2 ਸਾਲ ਵੀ ਦੇ ਦੇਣਗੇ। ਤੀਜੇ ਸਾਲ ਜਾ ਕੇ ਕਹਿ ਦੇਣਗੇ ਅਸੀਂ ਨਹੀਂ ਲੈਂਦੇ ਬਈ ਤੁਹਾਡੀ ਜ਼ਮੀਨ ਘੱਟ ਉਪਜਾਊ ਆ।
ਅਸੀਂ ਤਾਂ 10,000 ਦੇ ਗਾਹਕ ਨਹੀਂ, ਅਤੇ ਬਾਅਦ 'ਚ ਕਿਹਨੂੰ ਦੇਵਾਂਗੇ ਅਸੀਂ? ਰੌਲਾ ਕੀ ਆ? ਸਾਡੀ ਹੋਂਦ 'ਤੇ ਅਟੈਕ ਆ ਵੀ ਜ਼ਮੀਨਾਂ ਤੋਂ ਹਿਣੇ ਕਰ ਦਿਓ। ਪੰਜਾਬ ਜ਼ਮੀਨ ਨਹੀਂ ਜਾਣਾ ਜਾਂਦਾ, ਜ਼ਮੀਨ ਤੋਂ ਬਿਨਾਂ ਪੰਜਾਬ ਦੀ ਹੋਂਦ ਕੋਈ ਨਹੀਂ। ਬਾਬਾ ਜੀ ਜਿਵੇਂ ਕੱਲ ਰਾਜਨਾਥ ਸਿੰਘ ਦਾ ਬਿਆਨ ਆ ਰਿਹਾ, ਜੋ ਕਿ ਰੱਖਿਆ ਮੰਤਰੀ ਆ ਬੀਜੇਪੀ ਦੇ, ਉਹ ਕਹਿ ਰਹੇ ਸੀ, ਮੈਂ ਵੀ ਸੁਣ ਰਿਹਾ ਸੀ, ਤੁਸੀਂ ਵੀ ਟੀਵੀ ਚੈਨਲ ਰਾਹੀਂ ਸੁਣਿਆ ਹੋਊ, ਵੀ ਉਹ ਕਹਿੰਦੇ ਬਈ 1 ਸਾਲ ਲਈ ਇਹ ਬਿੱਲ ਸਾਨੂੰ ਲਾਗੂ ਕਰਨ ਦੇ ਦਿਓ। ਕਿਸਾਨ ਜਥੇਬੰਦੀਆਂ ਨੂੰ ਕਹਿੰਦੇ ਵੀ ਜਦੋਂ ਇਹ ਬਿੱਲ ਜੇ ਤੁਹਾਡਾ ਨੁਕਸਾਨ ਕਰਨਗੇ 1 ਸਾਲ ਤੁਸੀਂ ਸਾਨੂੰ ਦੇਖ ਲਓ, ਨਹੀਂ ਤਾਂ ਅਸੀਂ ਇਹਦੇ ਵਿੱਚ ਸੋਧ ਕਰ ਦਿਆਂਗੇ। ਇਹਦੇ ਬਾਰੇ ਕੀ ਕਮੈਂਟ? ਮੈਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ, ਸਾਲ ਦੀ ਬਜਾਏ ਭਾਵੇਂ 5 ਸਾਲ ਰੱਖੀ ਰੱਖਣ। ਇਹ ਜਦੋਂ ਕੋਈ ਰਾਂ ਚੀਜ਼ ਲਾਗੂ ਹੀ ਹੋ ਗਈ, ਉਹ ਬਿਨ ਲਾਗੂ ਕਿਵੇਂ ਕਰ ਦੇਣਗੇ? ਇਹ ਸਰਕਾਰ ਚਲਾਉਂਦੇ ਆ ਕਿ ਖਾਲਾ ਜੀ ਦਾ ਬਾੜਾ ਚਲਾਉਂਦੇ ਆ? ਸਰਕਾਰ 'ਚ ਜਿਹੜੀ ਚੀਜ਼ ਲਾਗੂ ਹੋ ਗਈ ਉਹ ਲਾਗੂ ਹੋ ਗਈ। ਉਹ 'ਚ ਮੀਨਿੰਗ ਕੀ ਰਹੇਗਾ ਟਾਈਮ ਪੀਰੀਅਡ ਦਾ? ਵੀ ਸਾਲ ਜਾਂ 2 ਸਾਲ? ਅਸੀਂ ਪਹਿਲਾਂ ਹੀ ਕਹਿੰਦੇ ਅੱਜ ਹੀ ਰੱਦ ਕਰੋ, ਸਾਲ ਨੂੰ ਵੀ ਰੱਦ ਕਰਨਾ ਹੀ ਆ, ਅੱਜ ਕਰੋ। ਜਿਹੜੇ ਸਾਡੇ ਉੱਥੇ ਬਜ਼ੁਰਗ ਬੈਠੇ, ਭੁੱਖੀਆਂ ਮਾਵਾਂ, ਸਾਡੀਆਂ ਧੀਆਂ ਭੈਣਾਂ ਬੈਠੀਆਂ, ਛੋਟੇ ਛੋਟੇ ਬੱਚੇ ਬੈਠੇ, ਉਹ ਠਰਦੇ ਨਹੀਂ ਦਿੰਦੇ। ਉਹੀ ਸਾਲ ਡੀਕਾਂਗੇ ਤੁਹਾਨੂੰ? ਅਸੀਂ ਸਾਲ 'ਚ ਕੋਈ ਹੋਰ ਐਕਟੀਵਿਟੀ ਕਰਾਂਗੇ? ਬਾਬਾ ਜੀ ਜਿਵੇਂ ਤੋਮਰ ਸਾਹਿਬ ਦੇ ਨਾਲ ਮੀਟਿੰਗਾਂ ਹੋਈਆਂ ਕਿਸਾਨ ਜਥੇਬੰਦੀਆਂ ਦੀਆਂ, ਪਰ ਬਾਅਦ ਦੇ ਵਿੱਚ ਜਦੋਂ ਸ਼ਾਮ ਨੂੰ ਰਾਤ ਨੂੰ ਮੀਟਿੰਗ ਅਮਿਤ ਸ਼ਾਹ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਹੋਈ, ਉੱਥੇ ਤੋਮਰ ਸਾਹਿਬ ਸਾਫ਼ ਹੀ ਮੁੱਕਰ ਗਏ ਵੀ ਇਹਨਾਂ ਨੇ ਜੋ ਉਹਨਾਂ ਵਿਚਕਾਰ ਗੱਲ ਹੋਈ ਸੀ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਤੇ ਤੋਮਰ ਸਾਹਿਬ ਦੇ ਵਿਚਕਾਰ, ਉਹ ਅਮਿਤ ਸ਼ਾਹ ਦੇ ਸਾਹਮਣੇ ਸਾਫ਼ ਹੀ ਮੁੱਕਰ ਗਏ ਵੀ ਇਹ ਗੱਲ ਸਾਡੇ ਵਿਚਕਾਰ ਹੋਈ ਨਹੀਂ, ਕਿਉਂਕਿ ਕਿਸਾਨ ਕਹਿ ਰਹੇ ਸੀ ਰੱਦ ਕਰੋ, ਤੇ ਤੋਮਰ ਸਾਹਿਬ ਉੱਥੇ ਕਹਿੰਦੇ ਵੀ ਇਹ ਸੋਧ ਨੂੰ ਕਹਿ ਰਹੇ ਆ। ਇਹਦੇ ਬਾਰੇ ਕੀ ਕਮੈਂਟ? ਨਹੀਂ, ਉਹ ਗੱਲ 'ਤੇ ਨਹੀਂ ਖੜ੍ਹਦੇ। ਉਹ ਅੱਜ ਹੋਰ ਕਹਿੰਦੇ ਆ ਕਿਸਾਨ ਜਥੇਬੰਦੀਆਂ ਵੀ ਉਹਨਾਂ ਤੋਂ ਅੱਕੀਆਂ ਪੰਜਾਂ। ਜਿਵੇਂ ਸਵੇਰੇ ਬਿਆਨ ਉਹਨਾਂ ਦੇ ਸੁਣਦਾ ਹਟਿਆ ਜੋਗਿੰਦਰ ਸਿੰਘ ਉਗਰਾਹਾਂ ਦੇ, ਉਹ ਕਹਿ ਰਹੇ ਸੀ ਪਹਿਲਾਂ ਕਹਿੰਦੇ ਸੀ ਸੱਦ ਲਏ ਉੱਠ ਗਏ, ਸੱਦ ਲਏ ਉੱਠ ਗਏ, ਹੁਣ ਚਿੱਠੀ ਆ ਗਈ ਉੱਠ ਗਈ, ਆ ਗਈ ਉੱਠ ਗਈ। ਇਹ ਗੱਲਾਂ ਦਾ ਮਤਲਬ ਕੀ ਆ? ਮੀਨਿੰਗ ਕੀ ਆ? ਸਾਡੀ ਜਦੋਂ ਯੈਸ ਨੋ 'ਤੇ ਗੱਲ ਖੜਾਤੀ ਅਸੀਂ ਵੀ ਜਾਂ ਤਾਂ ਰੱਦ ਕਰੋ ਤੇ ਨਹੀਂ ਫਿਰ ਤੁਸੀਂ ਤਿਆਰ ਰਹੋ, ਅਸੀਂ ਸਾਹਮਣੇ ਛਾਤੀਆਂ ਠੋਕਦੇ, ਤੁਸੀਂ ਗੋਲੀਆਂ ਮਾਰੋ, ਕੰਮ ਨਿਬੜੇ, ਤੁਸੀਂ ਉਹ ਵੀ ਮਾਰਨਾ ਹੀ ਆ, ਫਿਰ ਐਂ ਮਾਰ ਦਿਓ। ਬਾਬਾ ਜੀ ਜਿੰਨੇ ਕਿਸਾਨ ਉੱਥੇ 26 ਤਰੀਕ ਤੋਂ ਬੈਠੇ ਹੋਏ, ਅੱਜ ਪੂਰਾ 1 ਮਹੀਨਾ ਹੋ ਚੁੱਕਿਆ ਜੀ, ਪਰ ਬੀਜੇਪੀ ਦੇ ਲੀਡਰ ਆ, ਚਾਹੇ ਹਰਜੀਤ ਗਰੇਵਾਲ ਦੀ ਗੱਲ ਹੋਵੇ, ਪੰਜਾਬ ਦਾ ਸੀਨੀਅਰ ਲੀਡਰ ਆ, ਚਾਹੇ ਤੋਮਰ ਸਾਹਿਬ ਦੀ ਗੱਲ ਹੋਵੇ, ਚਾਹੇ ਗੱਲ ਹੋਵੇ ਰਾਜਨਾਥ ਸਿੰਘ ਦੀ, ਉਹ ਕਹਿ ਰਹੇ ਵੀ ਜਿੰਨੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਆ ਉਹ ਖਾਲਿਸਤਾਨੀ ਜਾਂ ਨਕਸਲਵਾਦ ਜਾਂ ਅੱਤਵਾਦ ਪੈਦਾ ਕਰਨ ਦਾ ਇਹਦੇ ਪਿੱਛੇ ਹੱਥ ਆ। ਇਹਦੇ ਬਾਰੇ ਜੋ ਦੱਸੋ। ਜੇ ਹੁਣ ਅਸੀਂ ਪੈਦਾ ਹੀ ਸਿੱਖ ਧਰਮ 'ਚ ਹੋਏ ਆ ਤਾਂ ਹੁਣ ਸਾਨੂੰ ਕਹਿ ਦੇਣ ਖਾਲਿਸਤਾਨੀ? ਉੱਥੇ ਸਾਰਾ ਸਿੱਖ ਧਰਮ ਬੈਠਾ ਹੈ, ਨੁਮਾਇੰਦਗੀ ਵੀ ਸਿੱਖ ਧਰਮ ਹੀ ਕਰ ਰਿਹਾ ਉੱਥੇ ਸਾਰਿਆਂ ਦੀ। ਦੇਖ ਲਓ ਤੁਸੀਂ ਜਾ ਕੇ, ਜਦੋਂ ਆਪ ਜ਼ੀਰੋ ਗਰਾਊਂਡ 'ਤੇ ਜਾਓਗੇ, ਪਹਿਲਾਂ ਵੀ ਗੁਰੂ ਪੰਥ ਦੀਆਂ ਫੌਜਾਂ ਬੈਠੀਆਂ ਐ, ਸੈਂਟਰ 'ਚ ਵੀ ਬੈਠੀਆਂ ਐ, ਐਂਡ 'ਤੇ ਵੀ ਬੈਠੀਆਂ ਐ। ਸਾਡੀ ਕਲੇਬੰਦੀ ਤਾਂ ਹੈਗੀ ਆ, ਜੇ ਅਸੀਂ ਬਾਣੇ ਪਾਈ ਫਿਰਦੇ ਹਾਂ ਫਿਰ ਸਭ ਤੋਂ ਪਹਿਲਾਂ ਅਸੀਂ ਮਰਾਂਗੇ। ਜਿਹੜੇ ਤੁਸੀਂ ਆਉਣੇ ਹੋ, ਤੁਸੀਂ ਸਿਵਲਨ 'ਚ ਆਉਣੇ ਹੋ, ਤੁਸੀਂ ਬਾਅਦ 'ਚ ਮਰੋਗੇ ਜੇ ਮਾਰਨ ਮਰਾਉਣ ਦੀ ਗੱਲ ਆਉਂਦੀ ਹੈ। ਬਾਬਾ ਜੀ ਜਿਵੇਂ ਪਿਛਲੇ ਦਿਨੀ ਜੋ ਸੰਘਰਸ਼ ਚੱਲ ਰਿਹਾ ਪੂਰੇ ਜ਼ੋਰਾਂ 'ਤੇ, ਇੱਕ ਬਾਲੀਵੁੱਡ ਦੀ ਅਭਿਨੇਤਰੀ ਆ ਕੰਗਣਾ ਰਣੌਤ, ਕਿਉਂਕਿ ਉੱਥੇ ਵੱਧ ਚੜ੍ਹ ਕੇ ਤੁਸੀਂ ਵੀ ਦੇਖਿਆ, ਤੁਸੀਂ ਵੱਧ ਚੜ੍ਹ ਕੇ ਲੰਗਰ ਵੀ ਪਹੁੰਚਾ ਰਹੇ ਆ ਤੇ ਤੁਸੀਂ ਹਿੱਸਾ ਵੀ ਲੈ ਰਹੇ ਆ ਉਸ ਅੰਦੋਲਨ ਦੇ ਵਿੱਚ। ਉਹਨੇ ਬਿਆਨ ਦਿੱਤਾ ਵੀ ਜਿਹੜੀਆਂ ਇਹ ਬੀਬੀਆਂ ਮਾਤਾਵਾਂ ਭੈਣਾਂ ਸਾਡੀਆਂ ਬੈਠੀਆਂ ਵੀ ਇਹ 100 ਰੁਪਏ 'ਤੇ ਵਿਕੀਆਂ ਹੋਈਆਂ ਤਾਂ ਆਈਆਂ। ਇਹਦੇ ਬਾਰੇ ਕੀ ਕਮੈਂਟ ਹੈ? ਬਾਣੀ 'ਚ ਤੁਕ ਆਉਂਦੀ ਹੈ ਇੱਕ, ਕਿਤੇ ਵੀ ਆਪ ਭਲਾ ਸਭ ਜਗ ਭਲਾ, ਆਪ ਬੁਰਾ ਸਭ ਜਗਤ ਬੁਰਾ। ਜਿਹੋ ਜਿਹੀ ਉਹ ਆਪ ਆ ਭਾਈ, ਸਾਡੀ ਹੈ ਤਾਂ ਸਾਡੀ ਉਹ ਵੀ ਧੀ ਧਿਆਣੀ ਹੋਈ ਆ, ਪਰ ਜਿਹੋ ਜਿਹੀ ਉਹ ਪ੍ਰੋਫੈਸ਼ਨ 'ਚ ਰਹੀ ਆ ਜਾਂ ਜਿਹੋ ਜਿਹੀ ਉਹ ਜ਼ਿੰਦਗੀ ਬਸਰ ਕਰ ਰਹੀ ਆ, ਉਹਨੂੰ ਤਾਂ ਸਭ ਆਪਦੇ ਵਰਗਾ ਹੀ ਲੱਗਦਾ ਵੀ ਸਾਰੀਆਂ ਮੇਰੇ ਵਰਗੀਆਂ। ਪਰ ਉਹ ਭੁੱਲਦੀ ਆ ਮੇਰੀ ਧੀ ਮੇਰੀ ਭੈਣ ਵੀ ਇਹ ਪੰਜਾਬ ਦੀਆਂ ਧੀਆਂ ਭੈਣਾਂ ਜਿਨ੍ਹਾਂ ਨੇ ਨਲੂਏ ਜੰਮੇ ਆ। ਇਹ ਤੁਹਾਡੇ ਵਾਂਗੂ ਕੰਜਰਖਾਨਾ ਕਰਕੇ ਜਾਂ ਸਟੇਜਾਂ 'ਤੇ ਨੱਚ ਕੇ ਪੈਸੇ ਨਹੀਂ ਲੈਂਦੇ, ਇਹ ਕਮਾਉਂਦੇ ਆ ਆਪਦੇ ਜ਼ਮੀਰਾਂ ਨੂੰ, ਆਪਦੇ ਸਰੀਰਾਂ ਨੂੰ, ਆਪਦੀਆਂ ਜ਼ਮੀਨਾਂ ਨੂੰ। ਉਹ ਕਮਾਉਣ ਦੀ ਖਾਤਰ ਤਾਂ ਲੜ ਰਹੇ ਆ ਹੁਣ ਵੀ ਸਾਨੂੰ ਆਪਦੀ ਇੱਜ਼ਤ ਤਨਖਾਣਾ ਵੇਚਣੀ ਪਵੇ। ਇੱਜ਼ਤ ਦੀ ਰੋਟੀ ਖਾਈਏ, ਭਾਵੇਂ ਚਟਨੀ ਨਾਲ ਕੁੱਟ ਕੇ ਖਾ ਲਈਏ, ਅੱਧੀ ਮਿਲ ਜੇ ਚੰਗੀ ਹੈ, ਇੱਜ਼ਤ ਦੀ ਹੈ। ਬਾਬਾ ਜੀ ਜਿਵੇਂ ਬਾਰ-ਬਾਰ ਸਰਕਾਰ ਦੇ ਵੀ ਬਿਆਨ ਆ ਰਹੇ, ਲੀਡਰਾਂ ਦੇ ਵੀ, ਜਿਹੜਾ ਉੱਥੇ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ, ਉਹਦੇ ਵਿੱਚ ਜੋ ਫੰਡਿੰਗ ਹੋ ਰਹੀ ਹੈ ਮਾਇਆ ਦੀ, ਉਹ ਖਾਲਿਸਤਾਨੀ ਕਰ ਰਹੇ ਆ, ਕਹਿੰਦੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ, ਤੇ ਜਾਂ ਇਹਨੂੰ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਹੈ, ਚੀਨ ਤੋਂ ਫੰਡਿੰਗ ਹੋ ਰਹੀ ਹੈ। ਇਹ ਕੇਂਦਰ ਸਰਕਾਰ ਦਾ ਕਹਿਣਾ ਹੈ, ਇਹਦੇ ਬਾਰੇ ਤੁਹਾਡਾ ਕੀ ਕਮੈਂਟ? ਕਮੈਂਟ ਇਹ 'ਚ ਕੁਛ ਵੀ ਨਹੀਂ ਗਾ, ਇਹ 'ਚ ਹੈਗਾ ਇਹ ਦਸਵੰਧ। ਉਹ ਭਾਵੇਂ ਪਾਕਿਸਤਾਨ 'ਚ ਬੈਠਾ ਹੈ, ਗੁਰੂ ਨਾਨਕ ਦਾ ਸਿੱਖ ਆ, ਭਾਵੇਂ ਇਟਲੀ 'ਚ ਬੈਠਾ ਹੈ, ਗੁਰੂ ਨਾਨਕ ਦਾ ਸਿੱਖ ਆ, ਚਾਹੇ ਚੀਨ 'ਚ ਬੈਠਾ ਹੈ, ਗੁਰੂ ਨਾਨਕ ਦਾ ਸਿੱਖ ਆ। ਉਹਨੇ ਆਪਦੀ ਕਮਾਈ ਦਾ ਦਸਵੰਧ ਸਾਨੂੰ ਭੇਜਣਾ ਹੀ ਭੇਜਣਾ ਹੈ। ਉਹਨੂੰ ਇਹ ਜਿਹੜਾ ਮਰਜ਼ੀ ਰੂਪ ਦੇ ਦੇਣ, ਕਿਉਂਕਿ ਇਹਨਾਂ ਦੀ ਆਪਦੀ ਸਰਕਾਰ, ਆਪਦੀ ਹਉਮੈ ਆ। ਬਾਬਾ ਜੀ ਤੁਸੀਂ ਲਗਾਤਾਰ ਤਖਤਪੁਰਾ ਸਾਹਿਬ ਤੋਂ ਹਸਪੀਟਲਾਂ ਦੇ ਵਿੱਚ ਜੋ ਇੱਥੋਂ ਲੰਗਰ ਜਾ ਰਿਹਾ, ਲਗਾਤਾਰ ਸੇਵਾਵਾਂ ਤੁਹਾਡੀਆਂ ਜਾਰੀ ਆ ਜੀ। ਸਾਨੂੰ ਇਹ ਦੱਸੋ ਵੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਬਤੌਰ ਮੈਨੇਜਰ ਦੀ ਸੇਵਾ ਨਿਭਾਉਂਦਿਆਂ, ਤੇ ਨਾਲ ਹੀ ਕਿੰਨੀਆਂ ਥਾਵਾਂ 'ਤੇ ਹੋਰ ਤੁਸੀਂ ਇੱਥੋਂ ਲੰਗਰ ਲੈ ਕੇ ਪਹੁੰਚਦੇ? 2003 6 ਫਰਵਰੀ ਦੀ ਮੇਰੀ ਇੱਥੇ ਜੁਆਇਨਿੰਗ ਆ। ਮੈਂ ਗੁਰੂ ਨਾਨਕ ਕਾਲਜ ਪੜ੍ਹਦਾ ਹੁੰਦਾ ਸੀ ਮੋਗੇ, ਅਤੇ ਮੋਗਿਓਂ ਸਿੱਧਾ ਕਾਲਜ 'ਚੋਂ ਉਠਾ ਕੇ ਮਹਾਰਾਜ ਨੇ ਮੈਨੂੰ ਇੱਥੇ ਜੋਬ ਦੇ ਦਿੱਤੀ ਸੀ। ਮੇਰੇ ਪਾਪਾ ਜੀ ਸੀ ਪਹਿਲਾਂ ਇੱਥੇ, ਉਹ 2 ਸਾਲ ਪਹਿਲਾਂ ਰਿਟਾਇਰਮੈਂਟ ਲੈ ਗਏ ਸੀ।
ਉਹਨਾਂ ਦੀ ਜਗ੍ਹਾ 'ਤੇ ਮੈਨੂੰ ਅਜਮੇਰ ਸਿੰਘ ਰਾਮੇ ਤੋਂ ਪ੍ਰਧਾਨ ਹੁੰਦੇ ਸੀ, ਲੋਕਲ ਕਮੇਟੀ ਦੀ ਚੋਣ ਹੋਈ ਸੀ, ਉਹਨਾਂ ਨੇ ਆਪਦੇ ਮੈਨੇਜਰ ਦੇ ਤੌਰ 'ਤੇ ਮੈਨੂੰ ਇੱਥੇ ਭਰਤੀ ਕੀਤਾ ਸੀ 2003 ਫਰਵਰੀ 'ਚ। ਅਤੇ ਹਾਲਾਂਕਿ ਉਦੋਂ ਮੈਂ ਕਲਰਕ ਭਰਤੀ ਹੋਇਆ ਸੀ ਇੱਥੇ, ਮੇਰੇ ਕੋਲ ਕਲਰਕ ਦੀ ਜੋਬ ਸੀ। ਮੈਨੇਜਰ ਸਾਹਿਬ ਉਹਦੇ 'ਤੇ ਕੋਈ ਹੈ ਨਹੀਂ ਸੀ। ਫਿਰ ਹੌਲੀ ਹੌਲੀ ਮੇਰੇ ਕੰਮ ਧੰਦੇ ਨੂੰ ਦੇਖਦਿਆਂ ਜਾਂ ਮੇਰੇ ਪਾਪਾ ਜੀ ਦਾ ਪਹਿਲਾਂ ਮੈਨੂੰ ਸਿਖਾਇਆ ਵਾ ਸੀ ਕੰਮ, ਉਹ ਸਾਰੀ ਕਮੇਟੀ ਦੇ ਪਸੰਦ ਆਇਆ, ਸ਼੍ਰੋਮਣੀ ਕਮੇਟੀ ਦੇ ਪਸੰਦ ਆਇਆ, ਉਹਨਾਂ ਨੇ ਮੈਨੂੰ ਇੱਥੇ ਮੈਨੇਜਰ ਅਪੁਆਇੰਟ ਕਰਤਾ। 6-7 ਸਾਲ ਮੈਂ ਗੰਦੇ ਸਿਸਟਮ ਦਾ ਹਿੱਸਾ ਰਿਹਾ ਏ, ਬਾਹਲੀ ਬਰੀਕੀ ਨਾਲ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਦੇ ਬਾਰੇ। ਉਹ ਤੋਂ ਬਾਅਦ ਕੋਈ ਐਸੀ ਮਨ ਨੂੰ ਚੋਟ ਵੱਜੀ ਆ ਵੀ ਜਿਹੜੇ ਸਥਾਨ 'ਤੇ ਮੈਂ ਬੈਠਾ ਇਹ ਮਾਲਵੇ ਦੀ ਤਰਵੈਣੀ ਧਰਤੀ ਆ, ਜੇ ਇੱਥੋਂ ਹੀ ਨਾ ਮੈਨੂੰ ਕੁਛ ਮਿਲਿਆ, ਜੇ ਇੱਥੇ ਵੀ ਕਰਪਸ਼ਨ ਕਰਕੇ ਮੈਂ ਪੈਸੇ ਕਮਾਊਂਗਾ ਤਾਂ ਲਾਹਣ ਤਾਂ ਮੇਰੀ ਜ਼ਮੀਰ 'ਤੇ ਮੇਰੇ ਸਰੀਰ 'ਤੇ। ਅਤੇ ਉਦੋਂ ਬਿਹਤਰ ਆ ਵੀ ਜਿਹੜਾ ਇੱਥੋਂ ਸੰਦੇਸ਼ ਸਹੀ ਜਾਣਾ ਚਾਹੀਦਾ। ਗੁਰਦੁਆਰੇ ਦੀ ਪਰਿਭਾਸ਼ਾ ਕੀ ਆ? ਨਥਾਵੇ ਨੂੰ ਥਾ ਰੋਗੀ ਨੂੰ ਰੋਗ ਦੀ ਦਵਾਈ ਮਿਲੇ, ਇੱਥੋਂ ਨਿਰੋਗੀ ਹੋ ਕੇ ਜਾਵੇ, ਉਹ ਲੋੜਵੰਦਾਂ ਤੱਕ ਪਹੁੰਚੇ ਜਿਹੜਾ ਗੁਰੂ ਦੀ ਗੋਲਕ 'ਚ ਪੈਂਦਾ। ਕੋਸ਼ਿਸ਼ ਕੀਤੀ, ਮੇਰਾ ਯਾਰ ਸੀ ਘੋਲੀਏ ਦਾ ਮਕੈਨਿਕ ਸੀ ਇੱਥੇ, ਅੱਜ ਵੀ ਹੈਗਾ ਨਿਹਾਲ ਸਿੰਘ ਵਾਲੇ 'ਚ, ਉਹਦੇ ਬੇਟੀ ਜਨਮੀ ਸੀ ਲੁਹਾਰੇ, 3-4 ਦਿਨ ਸੀ ਉਹਦਾ ਲੰਗਰ ਪਹੁੰਚਾਇਆ ਸੀ। ਬਿੱਧ ਬਣੀ ਸੀ ਸਾਡਾ ਲੰਗਰ ਸ਼ੁਰੂ ਕਰਨ ਦੀ ਪ੍ਰਥਾ ਦੀ। ਉਹ ਤਾਂ ਸਾਡੀ ਧੀ ਧਿਆਣੀ ਦੁਨੀਆ ਤੋਂ ਚੜ੍ਹਾਈ ਕਰ ਗਈ, ਪਰ ਸਾਨੂੰ ਚੰਗੇ ਪਾਸੇ ਪਾ ਗਈ। ਅੱਜ 7-8 ਸਾਲ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ। ਅਤੇ ਜਿਹੜੀ ਤੁਸੀਂ ਕਹਿੰਦੇ ਤੂੰ ਸੇਵਾ ਕਰਦਾ ਜਾਂ ਤੂੰ ਸੇਵਾਵਾਂ ਕਰਦਾ ਹੈ ਜਾਂ ਤੂੰ ਭੇਜਦਾ ਹੈ, ਮੇਰੇ 'ਤੇ ਗੁਨਾਹਗਾਰ ਆ, ਮੇਰੇ 'ਤੇ ਤੁਸੀਂ ਦੋਸ਼ ਲਾ ਰਹੇ ਹੋ, ਮੈਂ ਨਹੀਂ ਕਰਦਾ। ਇਹ ਕਰਦੀਆਂ ਸੰਗਤਾਂ ਹੀ ਆ, ਸੰਗਤਾਂ ਦੇ ਅਦਾਰੇ ਆ। ਅੱਗੇ ਮੇਰੇ ਕਰਕੇ ਤਾਂ ਮੈਨੇਜਰ ਕਰਕੇ ਤਾਂ ਇੱਥੇ ਧਰਨੇ ਲਵਾਤੇ ਵਿਰੋਧੀਆਂ ਨੇ, ਇੰਨਾ ਵਿਰੋਧ ਕਰਵਾਇਆ ਵੀ ਉਹਦੇ ਅਸੀਂ ਐਂ ਕਰੀ ਜਾਂਦਾ, ਜਿਹਦਾ ਤਨਖਾਹ ਨਹੀਂ ਜੀ ਦਿੰਦਾ, ਇਹ ਤਾਂ ਫਲਾਨਾ ਨਹੀਂ ਜੀ। ਇਹ ਤਨਖਾਹ ਦਾ ਤਾਂ ਮੁੱਦਾ ਹੀ ਨਹੀਂ, ਇਹਦਾ ਸੇਵਾ ਦਾ ਮੁੱਦਾ। ਜੇ ਸੇਵਾ ਕਰ ਸਕਦੇ ਹੋ ਤਾਂ ਜੀ ਆਉਂਦਿਆਂ ਨੂੰ ਸਾਰਿਆਂ ਨੂੰ, ਜਿੰਨੇ ਮੇਰੇ ਕੋਲੋਂ ਇੱਥੋਂ ਭੱਜ ਗਏ ਆ ਤਨਖਾਹਾਂ ਦੇ ਪਿੱਛੇ, ਸਾਰੇ ਸੇਵਾਦਾਰ ਬਣ ਕੇ ਇੱਥੇ ਆਏ ਸੀ। ਅੱਜ ਵੀ ਉਹ ਸੇਵਾਦਾਰ ਹੀ ਆ, ਜਦੋਂ ਮਰਜ਼ੀ ਆ ਕੇ ਸੇਵਾ ਕਰ ਲੈਣ। ਫਿਰ ਕਿਸੇ ਦਾ ਗੁੱਟ ਨਹੀਂ ਫੜਨਾ, ਕਿਸੇ ਦਾ ਆਪਾਂ ਹਟਾਉਣਾ ਨਹੀਂ ਕਿਸੇ ਨੂੰ ਇੱਥੋਂ ਆਉਣ ਤੋਂ, ਹੈ ਨਾ। ਇਹ ਗੁਰੂ ਦੇ ਅਦਾਰੇ ਆ। ਪਰ ਜਿਹੜੀ ਸੇਵਾ ਕਰਨ ਦੀ ਗੱਲ ਉਹ ਸੰਗਤਾਂ ਦੀ ਆ ਕੀਤੇ। ਬਾਕੀ ਜਿਹੜਾ ਤੂੰ ਕਹਿਣਾ ਮਹੀਨਾ ਹੋ ਗਿਆ ਸੰਘਰਸ਼ 'ਚ ਲੱਗਿਆ ਨੂੰ ਕਿਸਾਨਾਂ ਨੂੰ, ਤੂੰ ਟਾਈਮ ਪੀਰੀਅਡ ਭੁੱਲ ਹੀ ਜਾਂਦਾ। ਆਪਾਂ 2-3 ਮਹੀਨੇ ਪੰਜਾਬ 'ਚ ਵੀ ਲਾਏ ਆ ਪਹਿਲਾਂ, ਉਦੋਂ ਦੀ ਲਾਮਬੰਦੀ ਕਰਨ ਲੱਗੇ ਆ। ਫਿਰ ਆਪਣੇ ਮਹੀਨਿਆਂ ਦੇ ਗਾਂ 3 ਮਹੀਨੇ ਬਣਿਆ, ਅਤੇ ਹਜੇ ਪਤਾ ਨਹੀਂ ਇਹਨਾਂ ਨੇ 3 ਸਾਲ ਬਣਾ ਦੇਣਾ, ਕਿਉਂਕਿ ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ। ਜਿਹੜਾ ਹਉਮੈ ਹੋ ਗਿਆ ਹੰਕਾਰ ਨੂੰ ਵੀ ਪਤਾ ਨਹੀਂ ਸਾਨੂੰ ਕੋਈ ਭੰਨ ਹੀ ਨਹੀਂ ਸਕਦਾ, ਸਾਡੇ ਕੋਈ ਧੌਣ 'ਚੋਂ ਕਿੱਲਾ ਕੱਢ ਹੀ ਨਹੀਂ ਸਕਦਾ। ਇੱਥੇ ਬਥੇਰੇ ਤੁਰ ਕੇ ਕੋਈ ਰੋਈ ਜਾਵੇ, ਕਹਿੰਦਾ ਰੋਨਾ ਹੈ, ਕਹਿੰਦਾ ਸਿਕੰਦਰ ਮਰ ਗਿਆ, ਉਹਦੀ ਮਾਰ ਹੁੰਦੀ ਸੀ ਸਿਕੰਦਰ ਦੀ, ਕਹਿੰਦਾ ਲੱਖਾਂ ਉਹ ਸਿਕੰਦਰ ਤੁਰ ਗਏ, ਰੋਵੇਂ ਕਿਹੜੇ ਨੂੰ। ਚੰਗਿਆਈ ਕਮਾ ਜਾਣਗੇ ਮੋਦੀ ਹੋਰੇ, ਸ਼ਾਹ ਹੋਰੇ, ਰਾਜਨਾਥ ਹੋਰੇ, ਬੱਲੇ ਬੱਲੇ ਕਰਾਂਗੇ, ਕਹਾਂਗੇ ਸਾਡੇ ਭਰਾ ਸੀ, ਨਾਲ ਦੇ ਜਣੇ ਸੀ। ਜੇ ਗੁਨਾਹਗਾਰੀ ਕਰਨਗੇ ਤਾਂ ਇਤਿਹਾਸ ਦੁਹਰਾਵਾਂਗੇ, ਫਿਰ ਅਸੀਂ ਕਹਾਂਗੇ ਵੀ ਤੁਸੀਂ ਸਾਡੇ ਸਕੇ ਨਹੀਂ, ਅੱਜ ਵੀ ਕਹਾਂਗੇ। ਬਾਬਾ ਜੀ, ਜੋ ਦਿੱਲੀ ਦੇ ਵਿੱਚ ਧਰਨਾ ਚੱਲ ਰਿਹਾ ਉਹਦੇ ਵਿੱਚ ਨੌਜਵਾਨ ਵੱਧ ਚੜ੍ਹ ਕੇ ਪਹੁੰਚੇ ਆ। ਧੰਨਵਾਦ। ਜਿਵੇਂ ਅੱਗੇ ਅਸੀਂ ਵੀ ਦੇਖਦੇ ਸੀ, ਸੋਸ਼ਲ ਮੀਡੀਆ ਰਾਹੀਂ, ਚੈਨਲ ਰਾਹੀਂ ਵੀ ਦੇਖਿਆ ਕਿ ਨੌਜਵਾਨ ਗਾਇਕਾਂ ਪਿੱਛੇ ਬਹੁਤ ਲੜਦੇ ਸੀ, ਕਿਉਂਕਿ ਕਈਆਂ ਨੇ ਤਾਂ ਸਿਰ ਵੀ ਆਪਸ ਵਿੱਚ ਪੜਾਏ ਆ, ਗਾਇਕਾਂ ਦੇ ਪਿੱਛੇ ਲੱਗੇ। ਪਰ ਜਵਾਨੀ ਹੁਣ ਬਹੁਤ ਪਹੁੰਚੀ ਹੈ ਦਿੱਲੀ ਦੇ ਵਿੱਚ, ਇਹਦੇ 'ਤੇ ਕਮੈਂਟ ਜ਼ਰੂਰ ਦੱਸੋ। ਜਵਾਨੀ ਨਾ ਕਿਤਾਬਾਂ ਨਾਲ ਟੁੱਟੀ ਵੀ ਸੀ। ਸਾਨੂੰ ਕਿਤਾਬਾਂ ਤੋਂ ਸਿਲੇਬਸ ਦੇ ਤੌਰ 'ਤੇ ਡਰਾਇਆ ਜਾਂਦਾ ਸੀ ਵੀ ਯਾਰ ਸਾਡੇ ਕੋਲ ਕਿਤਾਬਾਂ ਇੰਨੀਆਂ ਪੜ੍ਹਨੀਆਂ ਪੈਣੀਆਂ, ਫਿਰ ਅਸੀਂ ਕੁਛ ਬਣਾਂਗੇ। ਪਰ ਕਈ ਵਾਰੀ ਕਹਿੰਦੇ ਭਗਤ ਸਿੰਘ ਦੀ ਅਖੀਰਲੀ ਕਿਤਾਬ ਦਾ ਪੰਨਿਆ ਮੋੜਾ ਹੀ ਜ਼ਿੰਦਗੀ ਮੋੜ ਦਿੰਦਾ ਵੀ ਹਾਂ ਜੀ ਇੱਥੋਂ ਪੜ੍ਹਨ ਵਾਲੀ ਚੀਜ਼ ਆ ਕਿਤਾਬ 'ਚ, ਜੇ ਅਸੀਂ ਪੜ੍ਹ ਲਗੇ। ਜਦੋਂ ਹੁਣ ਨੌਜਵਾਨੀ ਤੁਰੀ ਆ, ਗਾਇਕਾਂ ਨੇ ਆਪਦੀ ਜ਼ਿੰਮੇਵਾਰੀ ਬਹੁਤ ਬਾਖੂਬੀ ਨਿਭਾਈ ਆ। ਮੈਨੂੰ ਇਹ ਵੀ ਨਹੀਂ ਵੀ ਧਾਰਮਿਕ ਮੁੱਦਾ ਕੱਲ੍ਹ ਨੂੰ ਮੇਰੇ 'ਤੇ ਬਣਾ ਦੇਣ। ਮੈਂ ਇੱਕ ਗੱਲ ਕਹਿ ਵੀ ਦਿੰਦਾ, ਹੁਣ ਗੱਲ ਤੱਕ ਆਈ ਪਈ ਆ। ਮੈਂ ਤਾਂ ਇਹਨਾਂ ਨੂੰ ਕਹਿਣਾ 21ਵੀਂ ਸਦੀ ਦੇ ਢਾਡੀ ਬਣ ਕੇ ਸਾਹਮਣੇ ਆਏ ਆ ਜਿੰਨੇ ਵੀ ਗਾਇਕ ਆ ਨਾ, ਸਾਡੇ ਵੀਰ ਛੋਟੇ ਵੱਡੇ ਜਿੰਨੇ ਵੀ ਆ, ਖਾਸ ਕਰਕੇ ਮੇਰਾ ਵੀਰ ਕੰਵਰ ਗਰੇਵਾਲ, ਆ ਹਰਫ ਚੀਮੇ ਹੋਰੇ, ਜਿਹੜੇ ਪਹਿਲੇ ਦਿਨ ਤੋਂ ਹੀ ਜਸ ਬਾਜਵੇ ਹੋਰੇ, ਇਹਨਾਂ ਨੇ ਆਪਦੇ ਵਿਆਹਾਂ ਦੀ ਪਰਵਾਹ ਨਹੀਂ ਕੀਤੀ, ਹੈ ਨਾ। ਹੋਰ ਜਿੰਨੇ ਵੀ ਗਾਇਕ ਆ, ਬਾਈ ਜੈਜੀ ਵੀ ਹੋਰੇ ਵੀ ਆ ਗਏ ਯਾਰ। ਇਹਨਾਂ ਦੀ ਇੱਕ ਗੱਲ ਮੈਨੂੰ ਚੰਗੀ ਲੱਗਦੀ ਆ ਜੈਜੀ ਵੀ ਦੀ, ਇਹਨਾਂ ਨੇ ਅੱਜ ਤੱਕ ਕਿਸੇ ਪਖੰਡ ਕੋਲੇ ਨਹੀਂ ਗਾਇਆ। ਜਿੱਥੇ ਕਿਤੇ ਪਖੰਡ ਹੁੰਦਾ ਨਾ, ਪਖੰਡਵਾਦ ਆ ਜਿੱਥੇ, ਉੱਥੇ ਮੈਨੂੰ ਤਾਂ ਚੜ੍ਹਦੀ ਕਲਾ ਸਿੰਘ ਲੱਗਦਾ। ਮੈਂ ਤਾਂ ਉਹਦਾ ਨਾਂ ਐਪਰੀਸ਼ੀਏਟ ਕਰਦਾ ਵੀ ਯਾਰ ਜੈਜੀ ਬੈਂਸ ਹੋਰਾਂ ਨੇ ਵੀ ਆਪਦੀ ਜ਼ਿੰਮੇਵਾਰੀ ਸਮਝੀ ਆ। ਜਿਨ੍ਹਾਂ ਨੂੰ ਕਹਿੰਦੇ ਜੀ ਐਂ ਇਹ ਕਰਦੇ ਜੀ, ਇਹ ਕੁੱਕੜ ਕਲਗੀ ਲਾਉਂਦੇ ਆ ਜੀ, ਇਹ ਫਲਾਨਾ ਕਰਦੇ, ਯਾਰ ਕੁਛ ਕਰਦੇ ਆ, ਚੰਗੇ ਆ ਮਾੜਿਆ ਸਾਡੇ ਨਾਲੋਂ ਚੰਗੇ ਆ ਜਿਹੜੇ ਅੱਜ ਵੀ ਗਰਾਊਂਡ ਜ਼ੀਰੋ 'ਤੇ ਜਾ ਕੇ ਉੱਥੇ ਸੰਘਰਸ਼ ਲੜ ਰਹੇ ਆ ਅਤੇ ਆਪਦੇ ਤਰਫੋਂ ਸਭ ਕੁਛ ਕਰ ਰਹੇ ਆ। ਮੈਂ ਤਾਂ ਐਪਰੀਸ਼ੀਏਟ ਕਰਦਾ, ਜਵਾਨੀ ਨੂੰ ਵੀ ਐਪਰੀਸ਼ੀਏਟ ਕਰਦਾ ਵੀ ਨੌਜਵਾਨੀ ਯਾਰ, ਜੇ ਜਿੱਥੋਂ ਤੱਕ ਅਸੀਂ ਬਦਨਾਮ ਹੋਏ ਵੀ ਸੀ, ਨਸ਼ੇੜੀ ਕਰਤੇ ਜੀ, ਇਹ ਤਾਂ ਨਸ਼ਾ ਹੀ ਹੋ ਗਿਆ ਜੀ ਪੰਜਾਬ ਜੀ, ਫਲਾਨਾ ਹੋ ਗਿਆ ਜੀ, ਕੀ ਹੋਇਆ ਪੰਜਾਬ ਨੂੰ। ਹੱਸੋਂ ਕਰਦੇ ਚਿਹਰੇ ਆ, ਉੱਥੇ ਸਾਰੀ ਦਿਹਾੜੀ ਸਫਾਈ ਕਰਦੇ ਆ ਮੁੰਡੇ, ਲੰਗਰ ਚਲਾਉਂਦੇ ਆ, ਗੁਰੂ ਦੀਆਂ ਸ਼ੈਂਬਰਾਂ ਲਾਉਂਦੇ ਆ, ਕੀਰਤਨ ਖਦਾ ਕਰਦੇ ਆ, ਪਾਠ ਕਰਦੇ। ਜਾ ਕੇ ਦੇਖੋ ਜਵਾਨੀ ਕਰਦੀ ਕੀ ਆ ਉੱਥੇ। ਇੱਥੇ ਸੱਥਾਂ 'ਚ ਬਹਿ ਕੇ ਤਾਂ ਜਵਾਨੀ 'ਤੇ ਕਿੰਤੂ ਕਰਨਾ ਬਹੁਤ ਸੌਖਾ ਕੀਤੇ। ਬਾਬਾ ਜੀ, ਅੰਦੋਲਨ ਪਹਿਲਾਂ ਪੰਜਾਬ ਤੋਂ ਚੱਲਿਆ, ਉਹ 2-3 ਮਹੀਨੇ ਹੋ ਗਏ ਪੰਜਾਬ ਦੇ ਵਿੱਚ ਚੱਲ ਰਿਹਾ ਸੀਗਾ, ਹੁਣ 2-3 ਮਹੀਨੇ ਹੋ ਚੁੱਕੇ ਆ, ਹੁਣ 1 ਮਹੀਨਾ ਦਿੱਲੀ ਦੇ ਵਿੱਚ ਹੋ ਚੁੱਕਿਆ। ਪਰ ਕਿਸਾਨ ਕਹਿ ਰਹੇ ਆ, ਕਿਸਾਨ ਜਥੇਬੰਦੀਆਂ 31 ਜਥੇਬੰਦੀਆਂ ਦਿੱਲੀ 'ਚੋਂ ਬੈਠੀਆਂ, ਉਹ ਇਹ ਕਹਿ ਰਹੀਆਂ ਵੀ ਅਸੀਂ ਸੋਧ ਮਨਜ਼ੂਰ ਨਹੀਂ, ਅਸੀਂ ਬਿੱਲ ਰੱਦ ਕਰਵਾਉਣੇ ਆ। ਪਰ ਬਾਰ-ਬਾਰ ਮੋਦੀ ਜਦੋਂ ਮਨ ਕੀ ਬਾਤ ਕਰਦਾ ਜਾਂ ਉਹਦਾ ਕੋਈ ਵੀ ਲੀਡਰ ਬੀਜੇਪੀ ਦਾ ਇਹ ਬਿਆਨ ਦਿੰਦਾ ਵੀ ਇਹ ਬਿੱਲ ਰੱਦ ਨਹੀਂ ਹੋਣੇ, ਪਰ ਮੀਟਿੰਗਾਂ ਦਾ ਦੌਰ ਵੀ ਹੁਣ ਬੰਦ ਹੋ ਚੁੱਕਿਆ, ਤੁਹਾਨੂੰ ਵੀ ਪਤਾ। ਹੁਣ ਸਾਨੂੰ ਇਹ ਦੱਸੋ ਵੀ ਗੱਲ ਤੁਹਾਨੂੰ ਕਿੱਥੇ ਕੁ ਖੜੀ ਲੱਗਦੀ ਹੈ?
ਨਹੀਂ ਆਪਾਂ ਤਾਂ ਇਹੀ ਕਹਿੰਦੇ ਆ ਵੀ ਆਪਾਂ ਸੰਘਰਸ਼ 'ਚ ਬੈਠੇ ਆ, ਜਿਹੜੇ ਫੈਸਲੇ ਮੂਹਰਲੇ ਕੀਤੇ ਲੈਣੇ ਆ ਵੀ ਆ ਕਿੱਥੋਂ ਤੱਕ ਗੱਲ ਗਈ ਹੈ ਜਾਂ ਕਿੱਥੇ ਖੜੀ, ਇਹ ਜਥੇਬੰਦੀਆਂ ਦੇ ਕਾਡਰਾਂ ਨੂੰ ਪਤਾ, ਜਿਹੜੇ ਉਹਨਾਂ ਨੂੰ ਅਪੁਆਇੰਟ ਕਰ ਰਹੇ ਆ ਜਾਂ ਮੈਨੇਜ ਕਰ ਰਹੇ ਆ, ਇਹ ਤਾਂ ਉਹੀ ਦੱਸ ਸਕਦੇ ਆ ਵੀ ਕਿੱਥੋਂ ਤੱਕ ਘੋਲ ਚੱਲੂਗਾ। ਪਰ ਹਾਂ, ਜਦੋਂ ਤੱਕ ਚੱਲੂਗਾ ਇੱਕ ਗੁਰੂ ਦੇ ਸਿੰਘ ਦੇ ਤੌਰ 'ਤੇ, ਇੱਕ ਇਨਸਾਨ ਦੇ ਤੌਰ 'ਤੇ ਹਮੇਸ਼ਾ ਨਾਲ ਆ, ਜਿੰਨਾ ਚਿਰ ਘੰਡੀ 'ਚ ਸਾਹ ਆਈ ਰਵਾਂਗੇ। ਬਾਬਾ ਜੀ, ਜਿਵੇਂ ਦਿੱਲੀ ਦੇ ਵਿੱਚ ਸੰਘਰਸ਼ ਚੱਲਿਆ, ਉੱਥੇ ਨੌਜਵਾਨ ਮੁੰਡੇ ਕੁੜੀਆਂ ਸਾਡੀਆਂ ਮਤਾਵਾਂ ਵੱਧ ਚੜ੍ਹ ਕੇ ਪਹੁੰਚੀਆਂ, ਪਰ ਕੁਝ ਨੈਸ਼ਨਲ ਚੈਨਲ ਮੀਡੀਆ ਤੁਸੀਂ ਵੀ ਦੇਖਿਆ ਕਿ ਉਹਨਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਰਿਹਾ ਜੀ। ਇਹ ਟਰੈਕਟਰਾਂ ਦੇ ਉੱਤੇ ਤੋਂ ਗਾਣੇ ਲਾ ਕੇ ਲੰਘਦੇ ਆ, ਇਹ ਭੰਗੜੇ ਪਾਉਂਦੇ ਆ। ਤੁਸੀਂ ਉਹਨਾਂ ਨੌਜਵਾਨਾਂ ਨੂੰ, ਸਾਡੀਆਂ ਮਤਾਵਾਂ ਨੂੰ ਤੇ ਨੌਜਵਾਨ ਕੁੜੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋ? ਪੋਹ ਦਾ ਮਹੀਨਾ ਮਾੜਾ ਹੁੰਦਾ ਭਾਈ, ਬਜ਼ੁਰਗ ਆਪਣੇ ਕਹਿੰਦੇ ਹੁੰਦੇ ਸੀ। ਆਪਾਂ ਪੂਰੇ ਨੇ ਮੂਹਰੋਂ ਆਏ ਨਹੀਂ ਪੁੱਛਿਆ ਸੀ, ਕਿਉਂਕਿ ਬਜ਼ੁਰਗਾਂ ਦੀ ਝੇਪ ਇੰਨੀ ਹੁੰਦੀ ਸੀ ਵੀ ਕਿਉਂ ਮਾੜਾ ਹੁੰਦਾ। ਪਰ ਉਹ ਹੁਣ ਜਿਵੇਂ ਜਿਵੇਂ ਆਪਾਂ ਆਪ ਚੋਬਰ ਹੋ ਗਏ, ਆਪ ਗੱਭਰੂ ਹੋ ਗਏ, ਆਪ ਇਤਿਹਾਸ ਪੜ੍ਹਨ ਲੱਗ ਗਏ, ਤਾਂ ਪਤਾ ਲੱਗਿਆ ਵੀ ਪੋਹ ਦੇ ਮਹੀਨੇ ਤਾਂ ਸਿੱਖ ਧਰਮ ਦਾ ਸਾਰਾ ਪਰਿਵਾਰ ਸਰਬੰਸ ਵਾਰਿਆ ਮਹਾਰਾਜ ਨੇ। 10ਵੇਂ ਪਾਤਸ਼ਾਹ ਦੇ ਅੱਜ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਦਾ ਸ਼ਹੀਦੀ ਦਿਹਾੜਾ ਏ। ਸਾਨੂੰ ਇਹ ਗੱਲਾਂ ਤੋਂ ਸਿੱਖਣਾ ਚਾਹੀਦਾ। ਜੇ ਅੱਜ ਵੀ ਅਸੀਂ ਭੰਗੜਾ ਹੀ ਪਾਈ ਜਾਵਾਂਗੇ, ਐਂ ਕਰੀ ਜਾਵਾਂਗੇ, ਫਿਰ ਸਾਨੂੰ ਕਹਿਣਗੇ ਉਹ ਕੌਮ 'ਚੋਂ ਨਹੀਂ, ਇਹ ਕੋਈ ਹੋਰ ਆ। ਜਦੋਂ ਪਤਾ ਲੱਗੂਗਾ ਸਾਹਿਬਜ਼ਾਦਿਆਂ ਦੀ ਕੌਮ 'ਚ, ਤਾਂ ਤੁਹਾਡੇ ਸਾਹਮਣੇ ਕੋਈ ਉੱਚੀ ਨਹੀਂ ਬੋਲਦਾ, ਤੁਹਾਨੂੰ ਸਰਦਾਰ ਜੀ ਕਹਿ ਕੇ ਰਾਹ ਛੱਡਣਗੇ। ਪਰ ਜੇ ਅਸੀਂ ਆਪ ਹੀ ਭੁੱਲੇ ਵੇ ਹਾਂ, ਫਿਰ ਉਹ ਸਾਡਾ ਆਪਦਾ ਗੁਨਾਹ, ਇਹ 'ਚ ਕਿਸੇ ਨੂੰ ਨਹੀਂ ਆਪਾਂ ਕਹਿ ਸਕਦੇ। ਨੌਜਵਾਨਾਂ ਨੂੰ ਬੇਨਤੀ ਕਰੂੰਗਾ, ਆਹ ਦਿਨਾਂ 'ਚ ਪੁਰਾਣੇ ਸਾਡੇ ਸਿੰਗਰ ਹੋਏ ਨੇ ਨਰਿੰਦਰ ਬੀਬਾ ਜੀ, ਉਹਨਾਂ ਨੇ ਸਾਕਾ ਸਰਹੰਦ ਗਾਇਆ ਸੀ, ਚਮਕੌਰ ਦੀ ਲੜਾਈ ਗਾਈ ਸੀ, ਕੁਲਦੀਪ ਮਾਨਕ ਹੋਰਾਂ ਨੇ ਸਿੰਘ ਸੂਰਮੇ ਗਾਈ ਸੀ। ਇਹ ਪੁਰਾਣੀਆਂ ਜਿਹੜੀਆਂ ਤੁਸੀਂ ਕੈਸਟਾਂ ਡਾਊਨਲੋਡ ਕਰੋ, ਸੁਣੋ ਯਾਰ, ਤੁਹਾਨੂੰ ਪਤਾ ਲੱਗੂਗਾ ਸਾਡਾ ਇਤਿਹਾਸ ਕੀ ਹੈ, ਇਤਿਹਾਸ ਨਾਲ ਜੁੜੋਗੇ। ਪਰ ਇਹੋ ਜਿਹੇ ਦਿਨਾਂ 'ਚ ਜਦੋਂ ਸਾਡਾ ਸਾਰਾ ਸਰਬੰਸ ਵਾਰਿਆ ਗਿਆ, ਜਿਹੜੀ ਧਰਮ ਨੇ, ਜਿਹੜੇ ਸਾਡੀ ਨੇ ਨਿਉਂ ਧਰੀ, ਅੱਜ ਨਿਉਂ ਦੇ ਦਿਨਾਂ 'ਚ ਅਸੀਂ ਉਹਨਾਂ ਨੂੰ ਭੁੱਲੇ ਬੈਠੇ ਹਾਂ ਵੀ ਸਾਡੀ ਅੱਜ ਨਿਉਂ ਟਿਕੀ ਆ, ਤਾਂ ਕਿਤੇ ਕੱਲ੍ਹ ਨੂੰ ਅਸੀਂ ਆਪਦੇ ਜਵਾਕਾਂ ਦੇ ਮੂਹਰੇ ਨੀਵੀਆਂ ਪਾ ਕੇ ਨਾ ਬਹਿ ਜਾਈਏ। ਮੈਂ ਤਾਂ ਸਭ ਨੂੰ ਬੇਨਤੀ ਕਰਦਾ ਪੈਰੀਂ ਪੈ ਕੇ ਵੀ ਪੋਹ ਦੇ ਮਹੀਨੇ ਘੱਟੋ ਘੱਟ ਸਾਰਾ ਮਹੀਨਾ ਧਰਤੀ 'ਤੇ ਆਸਣ ਕਰਨ। ਸਾਰੀ ਨੌਜਵਾਨੀ ਮੈਂ ਬੇਨਤੀ ਕਰਦਾ, ਬਿੱਡਾਂ 'ਤੇ ਪੈਣੋਂ ਹਟੋ, ਘਰਾਂ 'ਚ ਲੂਣ ਸਲੂਣੀ ਚੀਜ਼ ਆਪਦੇ ਸਵਾਦ ਤਿਆਗੋ, ਸਿੰਪਲ ਪ੍ਰਸ਼ਾਦੇ 'ਤੇ ਆਓ, ਤੁਹਾਨੂੰ ਪਤਾ ਲੱਗੇ ਵੀ ਅਸੀਂ ਸੋਗ ਕਿਵੇਂ ਮਨਾਉਣਾ। ਸੋਗ ਤਾਂ ਸਾਨੂੰ ਸਿੱਖੀ 'ਚ ਸਿਖਾਇਆ ਨਹੀਂ ਜਾਂਦਾ, ਚੜ੍ਹਦੀ ਕਲਾ ਸਿਖਾਈ ਜਾਂਦੀ ਆ। ਪਰ ਅਸੀਂ ਇਹ ਕਿਹੜੇ ਹੌਸਲੇ ਨਾਲ ਮਤਲਬ ਕਹਾਂਗੇ ਭੰਗੜੇ ਪਾਵਾਂਗੇ ਵੀ ਅੱਜ ਸਾਡੇ 'ਤੇ ਪੋਹ ਦਾ ਮਹੀਨਾ, ਸਰਬੰਸ ਸਾਡਾ ਵਾਰਿਆ ਗਿਆ ਸੀ, ਕਾਹਦੇ ਚਾਅ 'ਚ ਹੀ ਭੰਗੜੇ ਪਾਉਣੇ ਆ? ਜਾਂ ਅਸੀਂ ਸਾਰੀ ਚੀਜ਼ ਸਾਂਭੀ ਬੈਠੇ ਹੋਈਏ? ਚੀਜ਼ ਤਾਂ ਸਾਤੋਂ ਸਭ ਖਿੰਡੀ ਪਈ ਆ। ਅਸੀਂ ਤਾਂ ਹੁਣ ਇਕੱਠੀ ਕਰਨ ਲੱਗੇ ਹਾਂ। ਅੰਦੋਲਨ ਦਾ ਬਹੁਤ ਵਧੀਆ ਇਫੈਕਟ ਪਿਆ, ਜਿਹਨੇ ਇਨਸਾਨੀਅਤ ਇਕੱਠੀ ਕੀਤੀ ਆ। ਉੱਥੇ ਨਾ ਹਿੰਦੂ ਆ, ਨਾ ਸਿੱਖ ਆ, ਨਾ ਕੋਈ ਮੁਸਲਮਾਨ ਆ, ਕੋਈ ਜਾਤੀ ਪਾਤੀ ਨਹੀਂ। ਜੇ ਕੋਈ ਮੁਸਲਮਾਨ ਆ ਤਾਂ ਸਿੱਖ ਸਿੰਘ ਦੀਆਂ ਲੱਤਾਂ ਘੁੱਟੀ ਜਾਂਦਾ ਬਜ਼ੁਰਗ ਦੀਆਂ, ਜੇ ਕੋਈ ਮੁਸਲਮਾਨ ਬਜ਼ੁਰਗ ਆ ਤਾਂ ਸਿੱਖ ਬੰਦਾ ਉਹਦੀਆਂ ਲੱਤਾਂ ਘੁੱਟੀ ਜਾਂਦਾ। ਇਹ ਇਨਸਾਨੀਅਤ ਪੈਦਾ ਕਰਨੀ ਸੀ, ਮਹਾਰਾਜ ਨੇ ਕੋਈ ਕਲਾ ਵਰਤਾਉਣੀ ਸੀ, ਵਰਤਾਤੀ ਆ ਬਾਈ। ਮਹਾਰਾਜ ਚੜ੍ਹਦੀ ਕਲਾ ਕਰੇ। ਬਾਬਾ ਜੀ, ਜਿਵੇਂ ਪਰਸੋਂ ਤੋਂ ਮੁਹਿੰਮ ਸ਼ੁਰੂ ਹੋਈ ਆ ਜੀਓ ਟਾਵਰਾਂ ਦੀ ਪੰਜਾਬ ਦੇ ਵਿੱਚ, ਜੋ ਕਿ ਨੌਜਵਾਨ ਆ, ਜੋ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਆ, ਕਿਉਂਕਿ ਉਹਨਾਂ ਨੂੰ ਵੀ ਪਤਾ ਸਾਡਾ ਭਵਿੱਖ ਆ ਜਿਹੜਾ ਉਹ ਕਿਸਾਨੀ 'ਤੇ ਖੜਾ। ਕਿਉਂਕਿ ਕਿਸਾਨ ਜੇ ਖਤਮ ਹੋ ਗਿਆ, ਸਮਝ ਲਓ ਸਾਰੀ ਚੀਜ਼ ਖਤਮ ਆ, ਚਾਹੇ ਮਜ਼ਦੂਰ ਦੀ ਗੱਲ ਹੋਵੇ, ਚਾਹੇ ਦੁਕਾਨਦਾਰੀ ਦੀ ਗੱਲ ਹੋਵੇ। ਪਰ ਜੀਓ ਦੇ ਟਾਵਰ ਬੰਦ ਕੀਤੇ ਜਾ ਰਹੇ ਆ, ਪਰ ਕੁਝ ਸਾਡੇ ਵੀਰਾਂ ਵੱਲੋਂ ਇਹ ਇਤਰਾਜ਼ ਵੀ ਆ ਰਹੇ ਆ ਵੀ ਇਸ ਦੇ ਨਾਲ ਜੋ ਜੀਓ ਦੇ ਟਾਵਰ ਬੰਦ ਹੋਣੇ ਆ, ਨੈਟਵਰਕ ਦੀ ਪ੍ਰੋਬਲਮ ਆਊਗੀ ਤੇ ਬੱਚਿਆਂ ਦੀਆਂ ਪੜ੍ਹਾਈਆਂ ਆਨਲਾਈਨ ਚੱਲ ਰਹੀਆਂ, ਉਹਦੇ ਬਾਰੇ ਕਮੈਂਟ ਜ਼ਰੂਰ ਦੱਸੋ। ਇਹ ਅੱਡੋ ਅੱਡ ਸੋਚਾਂ ਹੁੰਦੀਆਂ ਨੇ। ਹੁਣ ਜਿਵੇਂ ਆਪਾਂ ਕਹਿੰਦੇ ਆ ਵੀ ਪੋਰਟ ਕਰਵਾ ਲਓ, ਆਪਣੇ ਹੋਰ ਕਿਸੇ ਕੰਪਨੀ 'ਚ ਉਹਨੂੰ ਕਰਵਾ ਲਓ ਨਾ, ਇਹਨਾਂ ਨੂੰ ਕਨੈਕਸ਼ਨ ਤੋੜੋ। ਕੱਲ੍ਹ ਨੂੰ ਤੁਹਾਡੇ 'ਤੇ ਪਰਚੇ ਕਰਾਉਣਗੇ, ਤੁਸੀਂ ਭੰਨ ਤੋੜ ਕਰੋਗੇ, ਫਿਰ ਕਹਿਣਗੇ ਜੀ ਇਹ ਹੁੱਲੜਬਾਜ਼ ਕਰਦੇ ਆ, ਜੀ ਇਹ ਚੋਰੀਆਂ ਕਰਦੇ, ਸਾਡੇ ਟਾਵਰਾਂ 'ਤੇ ਐਂ ਕਰਦੇ ਆ। ਜਦੋਂ ਤੁਸੀਂ ਉਹਨਾਂ ਦੇ ਕਨੈਕਸ਼ਨ ਹੀ ਜ਼ੀਰੋ ਕਰ ਦਿਓਗੇ ਤਾਂ ਉਹ ਆਪੇ ਡੈੱਡ ਹੋ ਜਾਣਗੇ। ਮੈਂ ਤਾਂ ਇਹੀ ਬੇਨਤੀ ਕਰਦਾ। ਬਾਬਾ ਜੀ, ਥੋੜ੍ਹੇ ਕੁ ਦਿਨ ਹੋ ਗਏ RPD 24 ਦਾ ਚੈਨਲ ਆ, ਉਹਦੀ ਇੱਕ ਮਹਿਲਾ ਐਂਕਰ ਸੀ, ਸਾਡਾ ਪੱਤਰਕਾਰ ਭੈਣ ਸੀ ਸਾਡੀ, ਉਹ ਦਿੱਲੀ ਦੇ ਵਿੱਚ ਕਵਰੇਜ ਕਰ ਰਹੀ ਸੀ ਕਿਸਾਨੀ ਅੰਦੋਲਨ ਨੂੰ। ਤੇ ਉਹ ਦਿੱਲੀ ਜੰਤਰ ਮੰਤਰ ਤੇ ਇੱਕ ਸੰਸਦ ਜੋ ਕਾਂਗਰਸ ਦਾ, ਉਹਦੇ ਕੋਲ ਗਈ ਉਹਦੀ ਇੰਟਰਵਿਊ ਕਰਨ ਦੇ ਲਈ, ਪਰ ਉਸਨੇ ਉਸ ਭੈਣ ਦੇ ਨਾਲ ਬਹੁਤ ਬਦਸਲੂਕੀ ਕੀਤੀ। ਚਲੋ ਅਸੀਂ ਸਵਾਲ ਪੁੱਛਦੇ ਹਾਂ, ਤੁਹਾਡੇ ਤੋਂ ਵੀ ਪੁੱਛਣ ਆਏ ਹਾਂ। ਇਹ ਤੁਹਾਡਾ ਫਰਜ਼ ਬਣਦਾ, ਸਾਡਾ ਪੱਤਰਕਾਰ ਦਾ ਕੰਮ ਦਾ ਸਵਾਲ ਪੁੱਛਣਾ, ਜਵਾਬ ਦੇਣਾ ਨਾ ਦੇਣਾ ਤੁਹਾਡੀ ਮਰਜ਼ੀ ਆ। ਪਰ ਬਦਸਲੂਕੀ ਤੁਸੀਂ ਮੈਕ ਖੋਲੋ, ਕਿਸੇ ਦਾ ਕੈਮਰਾ ਤੋੜ ਦਿਓ ਜਾਂ ਉਹਨੂੰ ਧੱਕੇ ਮਾਰੋ, ਹਾਲਾਂਕਿ ਉਹ ਮਹਿਲਾ ਹੋਣ ਦੇ ਨਾਂ 'ਤੇ ਬਹੁਤ ਵੱਡੀ ਕਾਰਵਾਈ ਸੀ। ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਮੈਂ ਤਾਂ ਇਹੀ ਕਹਿਣਾ, ਡਿੰਪੇ ਬਾਈ ਦੀ ਤੁਸੀਂ ਗੱਲ ਕਰਦੇ ਹੋ, ਸ਼ਾਇਦ ਕਾਂਗਰਸ ਦੇ ਵਿਧਾਇਕ ਨੇ, ਹੈ ਨਾ। ਮੈਂ ਤਾਂ ਉਹਨੂੰ ਵੀ ਇਹੀ ਗੱਲ ਕਰੂੰਗਾ, ਬਾਈ ਡਿੰਪੇ, ਸ਼ਾਇਦ ਤੇਰੀ ਬੇਟੀ ਐਡੀ ਹੋਵੇ ਜਾਂ ਤੇਰੀ ਭੈਣ ਐਡੀ ਹੋਵੇ, ਤੂੰ ਨਹੀਂ ਬਦਸਲੂਕੀ ਕਰਨੀ ਸੀ, ਤੇਰੇ ਵਾਸਤੇ ਬਹੁਤ ਬੁਰੀ ਗੱਲ ਆ। ਨਾ ਤੇਰੇ ਨਾਲ ਕੋਈ ਮੇਰੀ ਜਾਤੀ ਰੰਜਿਸ਼ ਆ, ਨਾ ਕੁਛ ਹੋਰ ਆ। ਪਰ ਜਿਹੜਾ ਸਲੀਕਾ ਤੇ ਅਦਬਾ ਤੇ ਮਰਜ਼ਾਦਾ ਹੈ, ਜਿੰਨਾ ਚਿਰ ਉਹਦੇ 'ਚ ਰਵੇ ਬੰਦਾ ਸੋਹਣਾ ਲੱਗਦਾ, ਚੰਗਾ ਲੱਗਦਾ। ਤੂੰ ਲੀਡਰਾਂ, ਤੂੰ ਲੀਡ ਕਰਦਾ ਇਲਾਕੇ ਨੂੰ। ਜੇ ਤੂੰ ਹੀ ਇਹ ਕੁਛ ਕਰੇਂਗਾ ਤਾਂ ਤੇਰੇ ਜਿਹੜੇ ਥੱਲੜੀ ਮਸਟੰਡ ਪਾਰਟੀ ਆ, ਮਤਲਬ ਕਹਿ ਲਾ ਹਰੇਕ ਇਲਾਕੇ 'ਚ ਹੁੰਦੀ ਆ ਉਹ, ਤੇ ਉਹ ਤਾਂ ਫਿਰ ਕੱਲ੍ਹ ਨੂੰ ਧੀਆਂ ਭੈਣਾਂ ਨੂੰ ਸ਼ਰੇਆਮ ਕਰਨਗੇ। ਉਹ ਤਾਂ ਤੇਰੀ ਜਾਕ ਚੱਕੀ ਜਾਊਗੀ ਸਭ ਦੀ। ਤੈਨੂੰ ਕਹਿ ਦੇਣਗੇ ਸਾਡਾ ਜਦੋਂ ਲੀਡਰ ਹੀ ਇਹ ਕੁਛ ਕਰੀ ਜਾਂਦਾ ਸੀ, ਜਿਹੜਾ ਕੋਈ ਮਰਜ਼ੀ ਕਰੀਏ। ਤਾਂ ਸਭ ਨੂੰ ਸੰਭਾਲਣਾ ਚਾਹੀਦਾ। ਵਾਹਿਗੁਰੂ ਨੂੰ ਸਮੱਤ ਬਖਸ਼ੇ। ਜਾਂਦੇ ਜਾਂਦੇ ਬਾਬਾ ਜੀ, ਸਾਡੇ ਨਿਊ ਪੰਜਾਬ ਦੀ ਚੈਨਲ ਰਾਹੀਂ ਤੁਸੀਂ ਦਰਸ਼ਕਾਂ ਨੂੰ, ਸਾਡੇ ਜੋ ਦੇਖ ਰਹੇ ਆ, ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਇੱਕੋ ਹੀ ਸੰਦੇਸ਼ ਆ ਬਾਈ, ਬਾਣੀ ਬਾਣੇ ਨਾਲ ਜੁੜੋ। ਬਾਣੀ ਸਭ ਦੀ ਹਾਣੀ,
ਜਿੰਨਾ ਚਿਰ ਸਾਡੇ ਘਰ ਦਾ ਸਬਜੈਕਟ ਬਾਣੀ ਨਹੀਂ ਬਣਦੀ, ਸਾਡੇ ਘਰਾਂ ਦਾ ਪਾਰ ਤਾਰਾ ਨਹੀਂ, ਜਿੰਨਾ ਚਿਰ ਡੇਰਾਵਾਦ ਅਸੀਂ ਘਰਾਂ 'ਚੋਂ ਖਤਮ ਨਹੀਂ ਕਰਦੇ, ਸਾਡਾ ਪਾਰ ਤਾਰਾ ਨਹੀਂ, ਜਿੰਨਾ ਚਿਰ ਸੱਚ ਨੂੰ ਸੱਚ ਨਹੀਂ ਕਹਿੰਦੇ, ਸਾਡਾ ਪਾਰ ਤਾਰਾ ਨਹੀਂ। ਬਾਣੀ ਆਂਦੀ ਆ ਸੱਚ ਸਭਨਾ ਕਾ ਖਸਮ ਹੈ, ਇਦੋਂ ਬਾਅਦ ਪਿੱਛੇ ਕੋਈ ਗੱਲ ਨਹੀਂ ਰਹਿੰਦੀ। ਸਾਰੇ ਬਾਣੀ ਬਣਨਾ ਜਿਹੜਾ ਮਹਾਰਾਜ ਕਿਰਪਾ ਕਰੇ, ਸਭ ਨੂੰ ਸਮੱਤ ਬਖਸ਼ੇ। ਨਿਊਜ਼ ਪੰਜਾਬ ਦੀ ਟੀਮ ਨੂੰ ਟਾਈਮ ਦੇਣ ਲਈ ਬਾਬਾ ਜੀ ਤੁਹਾਡਾ ਧੰਨਵਾਦ। ਧੰਨਵਾਦ ਤੁਹਾਡਾ, ਤੁਸੀਂ ਸੰਗਤਾਂ ਦੇ ਦਰਸ਼ਨ ਕਰਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਦੋਸਤੋ ਬਾਬਾ ਰਜਿੰਦਰ ਸਿੰਘ ਜੀ, ਜੋ ਕਿ ਤਖਤਪੁਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨੇ, ਜਿਨ੍ਹਾਂ ਨੇ ਸਾਡੇ ਨਾਲ ਕਿਸਾਨੀ ਅੰਦੋਲਨ ਤੇ ਨੌਜਵਾਨੀ ਵਿਸ਼ਿਆਂ ਤੇ ਹੋਰ ਵਿਸ਼ਿਆਂ ਤੇ ਵਧੀਆ ਵਿਚਾਰਾਂ ਕੀਤੀਆਂ, ਸਾਡੇ ਨਾਲ ਵਧੀਆ ਵਿਚਾਰਾਂ ਕੀਤੀਆਂ। ਤੁਹਾਨੂੰ ਸਾਡੀ ਅੱਜ ਦੀ ਮੁਲਾਕਾਤ ਕਿਸ ਤਰ੍ਹਾਂ ਲੱਗੀ, ਸਾਨੂੰ ਲਾਈਕ, ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ। ਕੈਮਰਾਮੈਨ ਜਗਸੀਰ ਸਿੰਘ ਪੱਤੋ ਦੇ ਨਾਲ ਕੀਤਾ ਬਾਰੇ ਵਾਲਾ ਨਿਊਜ਼ ਪੰਜਾਬ ਦੀ ਤਖਤਪੁਰਾ ਸਾਹਿਬ।